ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਰੀ ਵਿੱਚ ਇੱਕ ਵਾਰ ਫਿਰ ਗੋਲੀਆਂ ਚੱਲੀਏ। ਇਹ ਕੋਈ ਨਵੀਂ ਗੱਲ ਤਾਂ ਹੁਣ ਰਹਿ ਨਹੀਂ ਗਈ। ਵਰਚੁਅਲੀ ਹਰ ਰੋਜ਼ ਇਹ ਖਬਰਾਂ ਆ ਜਾਂਦੀਆਂ ਨੇ ਕਿ ਗੋਲੀਆਂ ਚੱਲੀਆਂ ਨੇ ਕਿਸੇ ਦੇ ਘਰ ਦੇ ਬਾਹਰ, ਕਿਸੇ ਦੇ ਬਿਜ਼ਨਸ ਦੇ ਬਾਹਰ, ਅਤੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ। ਬਿਜ਼ਨਸਮੈਨ ਤਾਂ ਆਲਰੇਡੀ ਜੋ ਆਰਥਿਕ ਮੰਦਵਾੜਾ ਹੈ ਉਸ ਤੋਂ ਬਹੁਤ ਪਰੇਸ਼ਾਨ ਨੇ, ਉਹਨਾਂ ਦੇ ਲੱਕ ਟੁੱਟੇ ਪਏ ਨੇ, ਪਰ ਇਹ ਫਿਰੌਤੀਆਂ ਨੇ ਫਰਦਰ ਜੋ ਹੈ ਉਹਨਾਂ ਨੂੰ ਡੀਮੋਰਲਾਈਜ਼ ਕਰ ਦਿੱਤਾ ਹੈ ਅਤੇ ਉਹ ਬਹੁਤ ਘਬਰਾਏ ਹੋਏ ਨੇ। ਪਰ ਇਸ ਵਾਰ ਜੋ ਗੋਲੀ ਚੱਲੀ ਹੈ ਉਹ ਭਾਰਤ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ਦੇ ਬਾਹਰ ਚਲਾਈਆਂ ਗਈਆਂ ਨੇ। ਅਸਲ ਵਿੱਚ 9 ਜੁਲਾਈ ਦੀ ਤੜਕਸਾਰ 1:30 ਵਜੇ ਰਿਪੋਰਟ ਆਉਂਦੀਆਂ ਨੇ ਜੀ ਗੋਲੀਆਂ ਚੱਲੀਆਂ ਨੇ, ਅਤੇ ਪੁਲਿਸ ਉੱਤੇ ਜਾ ਕੇ ਉਸ ਏਰੀਏ ਨੂੰ ਸੀਲ ਕਰ ਦਿੰਦੀ ਹੈ। ਕਪਿਲ ਸ਼ਰਮਾ ਵੱਲੋਂ ਕੈਪਸ ਕੈਫੇ ਜਿਹੜਾ ਬੜਾ ਇੱਕ ਲੋ ਕੀ ਅਫੇਅਰ ਦੇ ਨਾਲ ਇਸ ਦਾ ਇਨੈਗੂਰੇਸ਼ਨ 2 ਦਿਨ ਪਹਿਲਾਂ ਹੀ 7 ਜੁਲਾਈ ਨੂੰ ਕੀਤਾ ਜਾਂਦਾ ਹੈ, ਅਤੇ ਬੜਾ ਇੱਕ ਲੋ ਕੀ ਅਫੇਅਰ ਹੁੰਦਾ ਜਿਸ ਵਿੱਚ ਕਿ ਮੀਡੀਆ ਨੂੰ ਨਹੀਂ ਦੱਸਿਆ ਜਾਂਦਾ। ਪਰ ਕਪਿਲ ਸ਼ਰਮਾ ਇੰਸਟਾਗ੍ਰਾਮ 'ਤੇ ਜਾ ਕੇ ਇਹ ਪੋਸਟ ਪਾਉਂਦੇ ਨੇ ਅਤੇ ਧੰਨਵਾਦ ਕਰਦੇ ਨੇ ਲੋਕਾਂ ਦਾ ਕਿ ਉਹ ਇਸ ਕੈਪਸ ਕੈਫੇ ਨੂੰ ਸਵੀਕਾਰ ਕਰ ਰਹੇ ਨੇ। ਸੋ ਕਪਿਲ ਸ਼ਰਮਾ ਨੂੰ ਕਿਉਂ ਟਾਰਗੇਟ ਕੀਤਾ ਗਿਆ, ਇਸ ਬਾਰੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਹੀ ਬਾਅਦ ਦੇ ਵਿੱਚ ਜ਼ਿੰਮੇਵਾਰੀ ਲਈ ਜਾਂਦੀ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹਰਜੀਤ ਸਿੰਘ ਲਾਡੀ ਜਿਹੜੇ ਕਿ NIA ਵੱਲੋਂ ਵੀ ਵਾਂਟਡ ਨੇ, ਅਤੇ 10 ਲੱਖ ਰੁਪਏ ਦਾ ਇਨਾਮ ਉਹਨਾਂ ਦੇ ਸਿਰ 'ਤੇ ਰੱਖਿਆ ਗਿਆ, ਅਤੇ ਨਾਲ ਤੂਫਾਨ ਸਿੰਘ। ਹੁਣ ਇੱਥੇ ਕੋਈ ਫਿਰੌਤੀ ਦੀ ਮੰਗ ਨਹੀਂ ਕੀਤੀ ਗਈ ਇਸ ਸੋਸ਼ਲ ਮੀਡੀਆ ਦੇ ਪੋਸਟ 'ਤੇ, ਲੇਕਿਨ ਇੱਥੇ ਇਹ ਲਿਖਿਆ ਗਿਆ ਕਿ ਕਾਮੇਡੀ ਦੀ ਆੜ ਵਿੱਚ ਕਿਸੇ ਧਰਮ ਦਾ ਰੂਹਾਨੀ ਪਹਿਚਾਣ ਦਾ ਮਜ਼ਾਕ ਨਹੀਂ ਬਣਾਇਆ ਜਾ ਸਕਦਾ। ਇਹ ਕਿਹਾ ਗਿਆ ਇਸ ਪੋਸਟ ਦੇ ਵਿੱਚ ਕਿ ਕਪਿਲ ਸ਼ਰਮਾ ਨੇ ਕਿਸੇ ਆਪਣੇ ਸ਼ੋਅ ਦੇ ਵਿੱਚ ਨਿਹੰਗ ਸਿੰਘਾਂ ਦਾ ਕਿਸੇ ਨੂੰ ਪਹਿਰਾਵਾ ਪਵਾ ਕੇ ਮਜ਼ਾਕ ਉਡਾਇਆ ਸੀ। ਸੋ ਇਸ ਕਰਕੇ ਇਹ ਗੋਲੀਆਂ ਚਲਾਈਆਂ ਗਈਆਂ। ਹੁਣ ਇਹ ਵੀਡੀਓ ਜਿਹੜੀ ਬੜੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਉਹ ਆਪਣੀ ਗੱਡੀ ਵਿੱਚ ਹੀ ਬੈਠ ਕੇ ਇੱਕ ਵੀਡੀਓ ਵੀ ਬਣਾਉਂਦੇ ਨੇ, ਜਿੱਥੇ ਕਿ ਇੱਕ ਪਿਸਤੌਲ ਵਿੱਚੋਂ ਪੂਰਾ ਮੈਗਜ਼ੀਨ ਜਿਹੜਾ ਖਾਲੀ ਕਰ ਦਿੱਤਾ ਜਾਂਦਾ ਹੈ। ਸੋ 8 ਤੋਂ 10 ਗੋਲੀਆਂ ਜਿਹੜੀਆਂ ਨੇ ਉਹ ਜਾ ਕੇ ਵੱਜਦੀਆਂ ਨੇ ਕਪਿਲ ਸ਼ਰਮਾ ਦੇ ਇਹ ਕੈਪਸ ਕੈਫੇ ਦੇ ਇੱਕ ਦੀਵਾਰ ਦੇ ਉੱਤੇ, ਇੱਕ ਜਿੱਥੇ ਸ਼ੀਸ਼ਾ ਲੱਗਾ ਹੋਇਆ। ਹੁਣ ਇਸ ਦੇ ਉੱਤੇ ਕਾਫੀ ਪ੍ਰਤੀਕਰਮ ਆ ਰਿਹਾ ਹੈ ਕਿ ਅਸਲ ਵਿੱਚ ਦਿਨ ਬ ਦਿਨ ਵਿਗੜਦੀ ਜਿਹੜੀ ਕਾਨੂੰਨ ਵਿਵਸਥਾ ਹੈ ਸਰੀ ਦੇ ਵਿੱਚ, ਇਹ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਅੱਜ ਕਪਿਲ ਸ਼ਰਮਾ ਦੇ ਵੱਲੋਂ ਅਜੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ, ਲੇਕਿਨ ਮੁੱਖ ਤੌਰ ਦੇ ਉੱਤੇ ਬਿਜ਼ਨਸਮੈਨ ਖੌਫ ਵਿੱਚ ਨੇ, ਡਰ ਵਿੱਚ ਨੇ ਕਿ ਕਿਸ ਪਾਸੇ ਨੂੰ ਗੱਲ ਜਾ ਰਹੀ ਹੈ। ਆਲਰੇਡੀ ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ ਨੇ ਕਿ ਬਿਜ਼ਨਸਮੈਨ ਜੋ ਹਨ ਉਹ ਆਪਣੇ ਬਿਜ਼ਨਸ ਇੱਥੇ ਠੱਪ ਕਰਕੇ ਦੁਬਈ ਵਾਲੇ ਪਾਸੇ ਜਾ ਰਹੇ ਨੇ। ਬਿਜ਼ਨਸਮੈਨ ਇਹ ਕਹਿ ਰਹੇ ਨੇ ਕਿ ਸਾਨੂੰ ਡਰ ਹੈ ਕਿ ਕੋਈ ਫੂਲ ਪ੍ਰੂਫ ਸਿਕਿਉਰਿਟੀ ਦਾ ਇੰਤਜ਼ਾਮ ਨਹੀਂ ਹੈਗਾ। ਇੱਥੋਂ ਤੱਕ ਕਿ ਫੋਰਮਸ ਵੀ ਆਰਗੇਨਾਈਜ਼ ਕੀਤੇ ਗਏ, ਕਿਉਂਕਿ ਸਤੀਸ਼ ਕੁਮਾਰ ਸ਼ਰਮਾ ਜਿਹੜੇ ਨੇ ਹਿੰਦੂ ਟੈਂਪਲ ਦੇ ਪ੍ਰੈਜ਼ੀਡੈਂਟ, ਉਹਨਾਂ ਦੀ ਦੁਕਾਨ ਦੇ ਬਾਹਰ, ਉਹਨਾਂ ਦੇ ਬਿਜ਼ਨਸ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਅਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਫਿਰੌਤੀਆਂ ਦੀਆਂ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਨਾਮਵਰ ਬਿਜ਼ਨਸਮੈਨ ਜੋ ਹਨ ਇਸ ਇਲਾਕੇ ਦੇ, ਉਹਨਾਂ ਨੂੰ ਵੀ ਫਿਰੌਤੀਆਂ ਦੀ ਮੰਗਾਂ ਗਈਆਂ ਨੇ। ਇੱਕ ਫੋਰਮ ਦਾ ਵੀ ਆਯੋਜਨ ਕੀਤਾ ਗਿਆ ਜਿੱਥੇ ਕਿ ਮਿਊਨਿਸਪਲ, ਪ੍ਰੋਵਿੰਸ਼ੀਅਲ ਅਤੇ ਫੈਡਰਲ ਲੈਵਲ ਦੇ ਪੋਲੀਟੀਸ਼ੀਅਨਸ ਨੇ ਆ ਕੇ ਆਸ਼ਵਾਸਨ ਦਿੱਤਾ ਕਿ ਠੋਸ ਕਦਮ ਚੁੱਕੇ ਜਾਣਗੇ। ਪੁਲਿਸ ਦੀ ਕਾਰਵਾਈ ਜੋ ਹੈ ਉਹ ਕਿਉਂ ਨਹੀਂ ਰੰਗ ਲਿਆ ਰਹੀ? ਜਿੱਥੇ ਅਸੀਂ ਈਸਟ ਸਾਈਡ ਵੱਲ ਵੇਖਦੇ ਹਾਂ ਓਨਟਾਰੀਓ ਦੇ ਵਿੱਚ, ਉੱਥੇ ਕਾਫੀ ਸਾਰੇ ਲੋਕਾਂ ਨੂੰ ਫੜਿਆ ਗਿਆ ਅਤੇ ਉਹਨਾਂ 'ਤੇ ਚਾਰਜਿਸ ਵੀ ਲਾਏ ਗਏ। ਪਰ ਸਰੀ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਪਿਛਲੇ ਹਫ਼ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ RCMP ਵੱਲੋਂ, ਅਤੇ ਕਿਹਾ ਜਾਂਦਾ ਹੈ ਕਿ 2024 ਦੇ ਵਿੱਚ ਕੁਝ ਜਿਹੜੀਆਂ ਫਿਰੌਤੀਆਂ ਦੀ ਗੋਲੀਆਂ ਚੱਲੀਆਂ ਸੀ ਉਸ ਦੇ ਤਹਿਤ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਉਸ ਸਮੇਂ ਇਹ ਨਹੀਂ ਦੱਸਦੀ ਕਿ ਉਹਨਾਂ ਦਾ ਕਿਸ ਡਿਸੈਂਟ ਦੇ ਨੇ, ਉਹ ਕੀ ਉਹਨਾਂ ਦਾ ਮੂਲ ਹੈਗਾ ਹੈ, ਲੇਕਿਨ ਉਹ ਇਹ ਕਹਿੰਦੇ ਨੇ ਕਿ ਜੀ ਇਹ ਬੜੀ ਇੱਕ ਖੁਸ਼ੀ ਦੀ ਖਬਰ ਹੈਗੀ ਹੈ ਕਿ ਇਹਨਾਂ ਨੂੰ ਫੜ ਲਿਆ ਗਿਆ। ਅਤੇ ਹੈਰਾਨੀਜਨਕ ਗੱਲ ਅੱਗੇ ਇਹ ਵਾਪਰਦੀ ਹੈ ਕਿ ਅਗਲੇ ਹੀ ਦਿਨ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਬਿਨਾਂ ਕਿਸੇ ਚਾਰਜਿਸ ਦੇ। ਸੋ ਇਸ ਉੱਤੇ ਵੀ ਮਜ਼ਾਕ ਉਡਾਇਆ ਜਾਂਦਾ ਹੈ ਲੋਕਾਂ ਵੱਲੋਂ ਪੁਲਿਸ ਦਾ ਕਿ ਕੀ ਕਰ ਰਹੇ ਹੋ ਤੁਸੀਂ? ਪੁਲਿਸ ਕਿਉਂ ਨਹੀਂ ਸੁਰੱਖਿਆ ਪ੍ਰਦਾਨ ਕਰ ਸਕ ਰਹੀ? ਪੁਲਿਸ ਉੱਤੇ ਜਿਹੜੇ ਦੋਸ਼ ਲੱਗ ਰਹੇ ਨੇ ਅਤੇ ਸਰਕਾਰ 'ਤੇ ਦੋਸ਼ ਲੱਗ ਰਹੇ ਨੇ, ਜਿੱਥੇ ਕਿ BC ਦੇ ਪ੍ਰੀਮੀਅਰ ਡੇਵਿਡ EBA ਕਹਿੰਦੇ ਨੇ ਕਿ ਅਸੀਂ ਲਾਰੈਂਸ ਬਿਸ਼ਨੋਈ ਗੈਂਗ ਜੋ ਹੈ ਉਸ ਲਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਉਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਦਾ ਖਿਤਾਬ ਦੇਣਾ ਸੀ ਚਾਹੁੰਦੇ ਹੈਗੇ ਆ। ਪਰ ਕੀ ਵਾਪਰ ਰਿਹਾ ਇੱਥੇ? ਬਿਜ਼ਨਸਮੈਨ ਕੀ ਕਰਨ? ਇਸੀ ਗੋਲੀ ਦੇ ਚੱਲਣ ਤੋਂ ਬਾਅਦ ਅਸੀਂ ਗੱਲਬਾਤ ਕੀਤੀ ਸਤੀਸ਼ ਕੁਮਾਰ ਸ਼ਰਮਾ ਨਾਲ, ਜਿਨ੍ਹਾਂ ਦੇ ਆਪ ਬਿਜ਼ਨਸਿਸ 'ਤੇ ਗੋਲੀਆਂ ਚੱਲੀਆਂ ਨੇ। ਆਓ ਸੁਣਦੇ ਹਾਂ ਉਹ ਕੀ ਕਹਿੰਦੇ ਨੇ। ਸੋ ਸਤੀਸ਼ ਜੀ, ਜੋ ਇਹ ਕੱਲ੍ਹ ਗੋਲੀ ਚੱਲੀ ਹੈ, ਤੁਸੀਂ ਇੱਕ ਫੋਰਮ ਕੀਤਾ ਸੀ ਅਤੇ ਸਰੀ ਪੁਲਿਸ ਨੇ ਕੀ ਆਸ਼ਵਾਸਨ ਦਿੱਤਾ ਸੀ? ਕੀ ਕੁਝ ਕੰਮ ਹੋ ਰਿਹਾ ਹੈ? ਐਜ਼ ਅ ਬਿਜ਼ਨਸਮੈਨ ਤੁਸੀਂ ਸਮਝਦੇ ਹੋ ਕਿ ਇਹ ਸੁਰੱਖਿਅਤ ਜਗ੍ਹਾ ਰਹਿ ਗਈ ਹੈ ਜਿੱਥੇ ਲੋਕ ਆ ਕੇ ਇਨਵੈਸਟ ਕਰਨ? ਕਿਉਂਕਿ ਕਪਿਲ ਸ਼ਰਮਾ ਇੱਕ ਬੜਾ ਵੱਡਾ ਨਾਂ ਹੈਗਾ
ਤੇ ਇੱਥੇ ਸਿਟੀ ਵਿੱਚ ਇਹੋ ਜਿਹੇ ਬਿਜ਼ਨੈਸਿਸ ਨੂੰ ਖੋਲ੍ਹਣ ਨਾਲ ਪ੍ਰਫੁੱਲਤਾ ਹੁੰਦੀ, ਲੇਕਿਨ ਜਦੋਂ ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਨੇ ਤਾਂ ਫਿਰ ਤਾਂ ਕੌਣ ਆ ਕੇ ਇਨਵੈਸਟ ਕਰੇਗਾ ਇੱਥੇ? ਸੋ ਕੀ ਤੁਹਾਡਾ ਕਹਿਣਾ ਇਸ ਬਾਰੇ? ਦੇਖੋ ਰੱਬੀ ਜੀ, ਪਹਿਲਾਂ ਤਾਂ ਦੇਖੋ ਜਿਹੜੀ ਹੁਣ ਤੋਂ ਬੜਾ ਇਹ ਸੁਣ ਕੇ ਬੜਾ ਦੁੱਖ ਹੁੰਦਾ ਜੀ ਬਈ ਦੇਖੋ ਕਪਿਲ ਸ਼ਰਮਾ ਬਿਗ ਕਮੇਡੀਅਨ ਜੋ ਹੈਗਾ ਇੰਡੀਆ ਦਾ ਬਹੁਤ ਵੱਡਾ ਆਰਟਿਸਟ ਹੈਗਾ ਹੋਇਆ, ਉਹਨੇ ਵੀ ਟਰਾਈ ਕੀਤੀ ਵੀ ਅਸੀਂ ਜੇ ਦੇਖੋ ਜਿਸਲੇ ਕੋਈ ਬੰਦਾ ਬਾਹਰ ਆਉਂਦਾ ਹੈਗਾ ਫੋਰਨ ਇਨਵੈਸਟਮੈਂਟ ਕਰਦਾ ਤੇ ਤਰੱਕੀ ਕੀ ਹੁੰਦੀ ਆ ਜੀ ਆਪੇ ਸਾਰੀ ਤਰੱਕੀ ਹੋਈ ਬਿਲਕੁਲ। ਇਹ ਤਰੱਕੀ ਹੋ ਰਹੀ ਆ। ਉਹ ਜੇ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਹੈਗੀਆਂ ਰਾਈਟ, ਉਹਨਾਂ ਵੀ ਬਾਹਰਲਾ ਬੰਦਾ ਤਾਂ ਆਈ ਨੂੰ ਇਨਵੈਸਟ ਕਰੂਗਾ, ਕੋਈ ਉਹਨਾਂ ਨਹੀਂ ਇਨਵੈਸਟ ਕਰੂਗਾ ਕਿ ਤਰੱਕੀ ਨਹੀਂ ਹੋਣੀ ਆਪਣੀ ਮੁਲਕ ਦੀ। ਤਾਂ ਕਿ ਇਹਦੇ ਵਿੱਚ ਕੀ ਹੈਗਾ ਵੀ ਦੇਖੋ ਜਿਹੜੀ ਪੁਲਿਸ ਵੀ ਹੈਗੀ ਆ, ਆਈ ਡੋਂਟ ਨੋ ਕੀ ਹੋ ਰਿਹਾ, ਮੇਰੀ ਸਮਝ ਤੋਂ ਬਾਹਰ ਹੈਗਾ ਆ ਬਈ ਜੋ ਇਹ 'ਚ ਹੋ ਰਿਹਾ ਹੈਗਾ ਰਾਈਟ ਜੀ ਇਹ ਚੰਗੀ ਗੱਲ ਨਹੀਂ ਹੈ ਬਈ ਆਈ ਡੋਂਟ ਵੀ ਕਿਸੇ ਅਸੀਂ ਫੋਨ ਵੀ ਕੀਤਾ ਸੀਗਾ, ਸਾਨੂੰ ਕਾਫੀ ਭਰੋਸਾ ਦਿੱਤਾ ਗਿਆ ਸੀਗਾ। ਹੁਣ ਟੁੱਟ ਗਈ ਸੀ। ਦੇਖੋ ਇਹ ਚੀਜ਼ ਵਿੱਚ ਕੁਛ ਮੈਂ ਕਾਫੀ ਹਾਲੇ ਕਰ ਰਿਹਾ ਵੀ ਫੰਡਿੰਗ ਹੋਰ ਦਿੱਤੀ ਜਾਵੇ ਜਾਂ ਪੁਲਿਸ ਸਰਵਿਸ ਜਾ ਕੀਤੀ ਜਾਵੇ। ਆਈ ਡੋਂਟ ਨੋ ਵਟਸ ਸੋਲੂਸ਼ਨ ਦੈਟ, ਕਿਉਂਕਿ ਜਿਹੜੀ ਚੀਜ਼ਾਂ ਹਟ ਨਹੀਂ ਰਹੀਆਂ ਇਹ ਚੀਜ਼ਾਂ ਰਾਈਟ, ਇਹ ਡੇ ਡੇ ਵੱਧ ਰਹੀਆਂ। ਜਿਹੜੇ ਕਿ ਕੋਈ ਵੀ ਬਿਜ਼ਨਸ ਕਮਿਊਨਿਟੀ ਜਿਹੜੀ ਹੈਗੀ ਆ, ਕੋਈ ਬਿਜ਼ਨਸ ਕਰਨ ਦਾ ਸਕੇਲ ਹੋ ਰਹੀ ਵੀ ਆਪਣਾ ਨਾਂ ਦਾ ਉਹਨੇ ਨਹੀਂ ਜਾਣਾ ਬੜੇ। ਸੋ ਬਿਜ਼ਨਸਮੈਨ ਇੱਥੋਂ ਛੱਡ ਕੇ ਜੀ ਜਾ ਰਹੇ ਨੇ, ਕਾਫੀ ਬਿਜ਼ਨਸਮੈਨ ਪਾਇਲ ਬਿਜ਼ਨਸ ਸੈਂਟਰ ਤੋਂ ਦੁਬਈ ਵਾਲੇ ਪਾਸੇ ਮੂਵ ਕਰ ਰਹੇ ਨੇ। ਜੇ ਇਹੀ ਟ੍ਰੈਂਡ ਰਿਹਾ ਤਾਂ ਇਸ ਦਾ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਸ਼ਹਿਰ ਨੂੰ ਚੁੱਕਣਾ ਪਏਗਾ। ਹਾਂਜੀ ਬਿਲਕੁਲ ਵੀ ਜੀ, ਤੁਸੀਂ ਸੱਚ ਕਹਿ ਰਹੇ ਹੈਗੇ ਆ, ਕਿਉਂਕਿ ਜੀਵਨ ਦੇਖੋ ਜੀਵਨ ਸੇਫਟੀ ਥੋੜੀ ਹੈ ਰਾਈਟ, ਤੇ ਬਿਜ਼ਨਸ ਕਾਹਦੇ ਕਰੋਗੇ ਤੁਸੀਂ ਜੀ ਰਾਈਟ। ਪੁਣੇ ਦੇ ਵਿੱਚ ਕੀ ਹੈ ਵੀ ਲੋਕੀ ਇਵੈਂਚੁਅਲੀ ਕੀ ਹੈਗਾ ਵੀ ਲੋਕੀ ਬਿਜ਼ਨਸ ਬੰਦ ਕਰਨਗੇ ਕਿ ਤੁਹਾਨੂੰ ਪਤਾ ਜਿਹੜੀ ਅੱਜ ਕੱਲ੍ਹ ਦੀ ਹਾਲਾਤ ਚੱਲ ਰਹੇ ਇਸ ਵੇਲੇ ਜੀ ਰਾਈਟ, ਮਾਰਕੀਟ ਕਿੰਨੀ ਖਰਾਬ ਹੋਈ ਹੋਈ ਹੈ ਜੀ। ਅਸੀਂ ਲੋਕਾਂ ਕੋਲ ਅੱਗੇ ਪੈਸੇ ਹੈ ਨਹੀਂ ਜੀ, ਇਹ ਡੈਮੇਜਸ ਹੁੰਦੇ ਹੈਗੇ ਆ। ਹੁਣ ਜਿੱਦਾਂ ਮੈਂ ਕੱਲ ਦੇਖਿਆ ਸੀਗਾ ਜਿੱਦਾਂ ਕਪਲ ਯਾ ਕੈਸ਼ ਕੈਫੇ ਜੀ ਗਲਾਸ ਟੁੱਟ ਕੇ ਸਭ ਟੁੱਟ ਗਿਆ ਜੀ, ਇਸ ਕਾਸਟ ਕਹਾਣੀ ਰਾਈਟ। ਤੇ ਅਸੀਂ ਮਨੀ ਨੂੰ ਕਾਸਟ ਕਰਦੀ ਹੈ, ਬਿਜ਼ਨਸ ਬੰਦ ਹੋ ਗਿਆ ਤਾਂ ਅੱਛਾ ਬਿਜ਼ਨਸ ਚੱਲਣਾ ਨਹੀਂਗਾ ਜੀ, ਤੇ ਲਾਸ ਹੀ ਲਾਸ ਆ। ਤੁਸੀਂ ਜਦੋਂ ਫੋਰਮ ਕੀਤਾ ਬੜੇ ਧੜੱਲੇ ਨਾਲ ਗੱਲ ਕੀਤੀ ਸੀ ਤੇ ਪੁਲਿਸ ਵਾਲਿਆਂ ਨੇ ਆਸ਼ਵਾਸਨ ਦਿੱਤਾ, ਸਾਰੇ ਸਰਕਾਰੀ ਜਿਹੜੇ ਸਿਵਲ ਤੋਂ ਲੈ ਕੇ ਪ੍ਰੋਵਿੰਸ਼ੀਅਲ ਤੇ ਫੈਡਰਲ ਲੈਵਲ ਦੇ ਪੋਲੀਟੀਸ਼ੀਅਨਸ ਨੇ ਆ ਕੇ ਗੱਲ ਕਹੀ। ਕੀ ਕੁਝ ਕੰਮ ਹੋ ਰਿਹਾ ਹੈ, ਸਿਰਫ ਗੱਲਾਂ ਹੀ ਚੱਲ ਰਹੀਆਂ ਨੇ ਇਸ ਸਮੇਂ? ਦੇਖੋ ਇੱਕ ਤੁਹਾਨੂੰ ਪਤਾ ਇੱਕ ਆਪਣਾ ਹਰਵੀਰ ਅਸੀਂ ਇਹ ਸਾਰੀ ਫੋਕ ਕੀਤਾ ਸੀ ਪਹਿਲਾਂ ਕਿਹਾ ਸੀਗਾ ਸੋ ਫਾਰ ਗੱਲਾਂ ਜੀ। ਹੁਣ ਦੇਖੋ ਪਿਛਲੇ ਵੀਕ ਦੀ ਗੱਲ ਹੈ, ਸਾਨੂੰ ਇੱਕ RCMP ਜਿਹੜੀ ਹੈਗੀ ਆ ਉਹਨੇ ਡਿਕਲੇਅਰ ਕਰਤਾ ਵੀ 2 ਬੰਦੇ ਪ੍ਰੈਸ ਕਾਨਫਰੰਸ ਕੀਤੀ ਹੈ। ਮੈਂ ਸਾਨੂੰ ਜੀ ਬਿਲਕੁਲ ਅਗਲੇ ਦਿਨ ਛੱਡ ਦੇ। ਅੱਛਾ ਤੁਸੀਂ ਕਾਨਫਰੰਸ ਕਰਨ ਦੇ ਮੈਨੂੰ ਸਮਝ ਨਹੀਂ ਆਉਂਦੀ ਤੇ ਵਾਈ ਦੀ RCMP ਪੁੱਟ ਪ੍ਰੈਸ ਕਾਨਫਰੰਸ ਟੂ ਦੀ ਪਬਲਿਕ ਮੇਰੇ 2 ਬੰਦੇ ਅਰੈਸਟ ਕੀਤੇ ਆ ਜੀ। ਤੁਸੀਂ ਪ੍ਰੂਫ, ਸਾਡੇ ਕੋਲ ਪ੍ਰੂਫ ਹੈਗੇ ਆ, ਤੁਸੀਂ ਅਰੈਸਟ ਕਰਕੇ 2 ਛੱਡ ਦਿੰਦੇ ਆ। ਅੱਛਾ ਜ਼ਿਆਦਾ ਕਾਨਫਰੰਸ ਤੁਸੀਂ ਕਰੋ, ਬੰਦੇ ਫੜ ਕੇ ਚਾਰਜ ਲਾਏ ਹੁਣ ਵੀ ਕੁਛ ਸਫਲਤਾ ਆਈ ਉਹਦੇ ਵਿੱਚ। ਫਿਰ ਗੈਰੀ ਬੈਗ, ਤੁਸੀਂ ਗੈਰੀ ਬੈਗ ਦਾ ਸੁਣੋ ਜੀ ਬਾਅਦ ਵਿੱਚ ਉਹ ਕੀ ਕਹਿ ਰਹੇ ਆ ਜੀ, ਵੀ ਆਰ ਪ੍ਰੋਗਰੈਸ ਜੀ ਬੜੀ ਪ੍ਰੋਗ ਕੀਤੀ। ਫਿਰ ਇੱਕ ਮੇਰਾ ਮੈਨੂੰ ਯਾਦ ਨਹੀਂ ਹੈਗਾ, ਇੱਕ RCMP ਦਾ ਬਿਗ ਕਹਿੰਦਾ ਸਾਨੂੰ ਸੈਲਰੀ ਸੇ ਕਰਨਾ ਚਾਹੀਦਾ। ਅੱਛਾ ਸੈਲਰੀ ਕਰਦੀ ਫੜ ਕੇ ਰਸਤੇ ਸਾਡੇ ਖੁੱਲੇ ਛੱਡ ਦੋ, ਇਹ ਸੈਲੀਬ੍ਰੇਸ਼ਨ ਹੋ ਰਹੀ ਹੈ। ਮੈਨੂੰ ਸਮਝ ਤੋਂ ਬਾਅਦ ਸਾਡੀ ਸਮਝ ਤੋਂ ਬਾਹਰ ਆਈ, ਕਿਉਂਕਿ ਕੋਈ ਵੀ ਜਿਹੜਾ ਬਿਜ਼ਨਸਮੈਨ ਆ ਸਾਰੇ ਡਰਨ ਦੇ ਆ, ਰੋਜ਼ ਗੋਲੀਆਂ ਚੱਲਣ ਦੀ ਐਵਰੀਡੇ ਸਮਥਿੰਗ ਐਵਰੀਡੇ। ਬਿਲਕੁਲ ਇਹਦੀ ਵੀ ਇੱਕ ਗੱਲ ਦੀ ਹੈ, ਮੈਨੂੰ ਕਾਫੀ ਕਾਲ ਆ ਰਹੀ ਹੈ ਲੋਕਾਂ ਦੀ ਆ ਅਸਟੋਸ਼ਨ ਬੰਦੇ ਕਾਫੀ ਮੈਨੂੰ ਕਾਲ ਮਿਲਣਾ। ਮੈਂ ਤਾਂ ਕੀ ਕਰ ਕਲੀਅਰ ਹੋ ਸਾਰੇ ਵੀ ਆਪਣੇ ਦਲੀਲ ਚੱਲੋ ਵੀ ਕੁਛ ਕੀ ਕਰ ਪੁਲਿਸ ਜਿਹੜੀ ਹੈਗੀ ਆ ਟਰਾਈ ਕਰ, ਉਹ ਵੀ ਟਰਾਈ ਕਰਦੀ ਹੈਗੀ ਆ ਐਕਚੁਅਲੀ ਟਰਾਈ ਜੀ। ਜਿਹੜਾ ਸਾਡਾ ਮੇਰਾ ਮੈਂ ਸੋਚ ਰਿਹਾ ਹੈਗਾ ਪਰ ਪਾਵਰ ਦਾ ਕੋਈ ਲਾਅ ਹੈ ਨਹੀਂ, ਕੋਈ ਪਾਵਰ ਹੈ ਨਹੀਂ, ਕੋਈ ਕਾਨੂੰਨ ਇਹੋ ਜਿਹਾ ਜਿਹਦੇ ਤਹਿਤ ਅਗਲੇ ਹੀ ਦਿਨ ਨੂੰ ਬੇਲ ਮਿਲ ਜਾਂਦੀ। ਇਸ ਲਈ BC ਵਿੱਚ ਮੇਰੇ ਸਾਹ BC ਜਿਹੜੀ ਹੈਗੀ ਆ ਇਹਦੇ ਕੋਲ ਪਾਵਰ ਜਿਹੜੀ ਚਾਰਜ ਲਾਉਣ ਦੀ ਅਥਾਰਟੀ ਹੈਗੀ ਆ ਉਹ ਕਰਾਉਣ ਕੋ ਹੈ ਜੀ। ਅੱਛਾ ਕਰਾਉਣ ਕੋ ਅਥਾਰਟੀ ਹੈਗੀ, ਉਹ ਚਾਰਜ ਭੇਜ ਦਿਆ ਅਪਰੂਵ ਨਹੀਂ ਕਰਦੇ ਉਹ। ਆਈ ਡੋਨਟ ਨੋ ਵਾਈ ਦੀ BC ਗਵਰਨਮੈਂਟ ਕੀਪ ਹਿਸ ਅਥਾਰਟੀ ਵਿਦ ਦੈਟ ਜੀ। ਅਗਰ ਫਾਰਮ ਵਿੱਚ ਗੱਲ ਕੀਤੀ ਸੀ ਵੀ ਇਹ ਸਾਡੀ ਅਥਾਰਟੀ ਪੁਲਿਸ ਨੂੰ ਦੇਣੀ ਚਾਹੀਦੀ ਹੈ ਜੀ। ਅਖੀਰ ਦਾ ਸਵਾਲ ਅਥਾਰਟੀ ਦੇਦੀ ਹੈ ਕਿ ਪ੍ਰੋਵਿੰਸਾਂ ਵਿੱਚ ਡਿਫਰੈਂਸ ਹੈ ਰਾਈਟ। ਸੋ ਜਿੱਥੇ BC ਦੇ ਪ੍ਰੀਮੀਅਰ ਡੇਵਿਡ ਈਬੀ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਕਹਿ ਰਹੇ ਨੇ, ਮੈਂ
ਪ੍ਰਾਈਮ ਮਿਨਿਸਟਰ ਨਾਲ ਗੱਲ ਕਰਾਂਗਾ ਕੀ ਇਹ ਹੱਲ ਤੁਹਾਨੂੰ ਲੱਗਦਾ ਹੈ ਕਿ ਇਹ ਹੈਗਾ ਜਾਂ ਕੁਝ ਹੋਰ ਕਰਨ ਦੀ ਹੁਣ ਲੋੜ ਹੈਗੀ ਹੈ? ਦੇਖੋ ਹਰਪ੍ਰੀਤ ਜਿਹਦੇ ਜਦੀ ਘਟਨਾ ਨੂੰ ਕਰਦੀ ਨਾ ਇਹ ਇਸ ਪੋਲੀਟੀਕਲ ਪਾਰਟੀ ਦਾ ਸਿਸਟਮ ਹੈ ਨਾ ਦਾ ਜੀ ਕੋਈ ਲੋਕਾਂ ਦੀ ਅੱਖਾਂ ਪੌਜ ਕਰਨਾ ਕੁਛ ਨਹੀਂ ਰਾਈਟ ਅੱਖਾਂ ਪੌਜ ਜਾਂਦੇ ਆ ਐਵੀਡੈਂਸ ਤਾਂ ਕਿ ਸਟੇਟਮੈਂਟ ਦਿੱਤੀ ਹੋਵੇ what happened after that nothing happened ਨਾ ਪ੍ਰੋਵਿੰਸ਼ੀਅਲ ਗਵਰਨਮੈਂਟ ਕੁਛ ਕਰ ਰਹੀ ਹੈ ਨਾ ਫੈਡਰਲ ਕੁਛ ਕਰ ਰਹੀ ਕੋਈ ਇਦਾਂ ਦੀ ਚੀਜ਼ ਨੂੰ ਦੇਖੋ ਜੀ ਕਹਿੰਦੇ ਦੀ ਹਾਲ ਕੌਣ ਬੜਾ ਲੋਕੀ ਤਾਂ ਮਰਨ ਦੇ ਆ ਕੋਈ ਮਰਨ ਦੇ ਆ ਪੌਲੇ ਗੋਲੀ ਚੱਲ ਰਹੀ ਆ ਡੈਮੇਜ ਹੁੰਦੇ ਰਾਈਟ ਪਰ ਤੁਸੀਂ ਉੱਥੇ ਆਪਣੇ ਘਰ ਬੈਠੇ ਰਹੀ 2 ਮਹੀਨੇ ਬਾਅਦ ਹਾਲ ਕੌਣ ਚੱਲਦਾ ਮੇਕ ਸੈਂਸ ਜੀ ਐਸੇ ਇਹ ਐਕਟਿਵ ਇਦਾਂ ਦੀ ਚੀਜ਼ਾਂ ਨੂੰ ਐਕਟਿਵ ਖਾਸ ਹੋਣਾ ਚਾਹੀਦਾ ਸਪੈਸ਼ਲ ਕੰਸੀਡਰ ਹੋਣੀ ਚਾਹੀਦੀ ਚੀਜ਼ਾਂ ਦੀ ਮੈਂ ਪਿੱਛੇ ਦਿਖਿਆ ਸੀ ਉੱਥੇ ਹੀ ਆਪਣਾ ਇੱਥੇ ਦੂਜੇ ਕੀਤੀ ਸੀ ਆਪਣੀ ਪਤਾ ਆਇਆ ਸੀ ਕੋਈ ਉਹ ਕਹ ਰਹੇ ਸੀ ਜਿਸ ਬਿੱਲ ਪਾਸ ਕਰਨਾ ਹੈ what the hell bill is that they should act fast it's a common people problem no ਇੱਕ ਬੰਦੇ ਥੋੜਾ ਪ੍ਰੋਬਲਮ ਹੈ ਇਹ ਐਬਸੋਲੂਟਲੀ ਜੀ ਇਸ ਸਮੇਂ ਤਾਂ ਇਮੀਡੀਏਟ ਐਕਸ਼ਨ ਦੀ ਲੋੜ ਹੈ ਨਾ ਕਿ ਹੁਣ ਬੈਠ ਕੇ ਫੋਰਮ ਤੇ ਬੋਲ ਜਾਣਾ ਹੈ ਤੁਸੀਂ ਬਿੱਲ ਪਾਸ ਕਰਦੇ ਰਹੋਗੇ ਜਿਸ ਹਾਲ ਦੂਸਰਾ ਬਿੱਲ ਪਾਸ ਕਰਦੇ ਰਹੋਗੇ ਜਦ ਤੱਕ ਕਾਫੀ ਜਮ ਹੈ ਹੁਣ ਮੈਂ ਬਿਪਨੂਤ ਪੜਦਾ ਨਾ ਹਰ ਇੱਕ ਦੇ ਦਾ ਨਾ 23,000 ਫੈਮਿਲੀ ਛੱਡ ਕੇ ਚਲ ਗਈ ਹੈ ਦੇ ਲਿਵਿੰਗ ਠੀਕ ਹੈ ਜੀ ਲੋਕੀ ਆਉਣ ਦੀ ਕੋਸ਼ਿਸ਼ ਕਰਦੇ ਜਾਣ ਦੀ ਕੋਸ਼ਿਸ਼ ਕਰਦੇ ਬਿਲਕੁਲ ਜੀ ਕੋਈ ਸ਼ੱਕ ਨਹੀਂ ਬਿਲਕੁਲ ਸਹੀ ਕਿਹਾ ਵੈਸੇ ਵੀ ਇਸ ਪਰ ਇਸ ਤਰ੍ਹਾਂ ਦੀ ਅੱਛਾ ਪ੍ਰੋਪਰਟੀ ਦਾ ਪੈਸਾ ਜ਼ਿਆਦਾ ਜੀ ਰੈਂਟ ਕਵਰ ਨਹੀਂ ਹੋ ਰਹੇ ਮੋਰਗੇਜ ਕਵਰ ਨਹੀਂ ਹੋ ਰਹੀਆਂ ਲੋਕੀ ਤਾਂ ਵੈਸੇ ਹੀ ਡਿਪਰੈਸ਼ਨ ਵਿੱਚ ਆ ਰਹੇ ਜੀ ਨਾ ਬੋਲ ਡਿਪਰੈਸ਼ਨ ਹੋ ਜਾਂਦਾ ਹੈ ਜੀ ਸਤੀਸ਼ ਜੀ ਤੁਹਾਡਾ ਧੰਨਵਾਦ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਉਂਕਿ ਬੜਾ ਇੱਕ ਚਿੰਤਾ ਦਾ ਮੁੱਦਾ ਤੇ ਸਰਕਾਰ ਨੂੰ ਡੈਫੀਨਿਟਲੀ ਇਮੀਡੀਏਟਲੀ ਐਕਟ ਕਰਨ ਦੀ ਲੋੜ ਹੈ ਨਹੀਂ ਤਾਂ ਹੋਰ ਲੋਕ ਜਿਹੜੇ ਨੇ ਇੱਥੋਂ ਛੱਡ ਕੇ ਜਾਣਗੇ ਜਿਸ ਦਾ ਨੁਕਸਾਨ ਸਿਟੀ ਨੂੰ ਤੇ ਕੈਨੇਡਾ ਨੂੰ ਹੋਏਗਾ ਜੀ ਥੈਂਕ ਯੂ ਸਰ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਤੁਸੀਂ ਸੁਣਿਆ ਸਤੀਸ਼ ਕੁਮਾਰ ਸ਼ਰਮਾ ਜਿਹੜੇ ਹੈਗੇ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਜੀ ਪੁਲਿਸ ਤੇ ਸਰਕਾਰ ਵੱਲੋਂ ਕੋਈ ਬਹੁਤੇ ਯਤਨ ਨਹੀਂ ਕੀਤੇ ਜਾ ਰਹੇ ਤੇ ਬਿਜ਼ਨਸਮੈਨ ਖੌਫ ਵਿੱਚ ਨੇ ਇਸ ਦੇ ਨਾਲ ਅਸੀਂ ਗੱਲਬਾਤ ਕੀਤੀ ਅਨੀਤਾ ਹਬਰਮੈਨ ਦੇ ਨਾਲ ਜਿਹੜੇ ਕਿ ਸਾਬਕਾ CEO ਨੇ ਸਰੀ ਬੋਰਡ ਆਫ ਟ੍ਰੇਡ ਦੇ ਉਹ ਇਹ ਕਹਿੰਦੇ ਨੇ ਕਿ ਬਿਜ਼ਨਸਮੈਨ ਬਹੁਤ ਪ੍ਰਭਾਵਿਤ ਹੁੰਦੇ ਨੇ ਜਦੋਂ ਐਸੇ ਹਾਦਸੇ ਵਾਪਰਦੇ ਨੇ ਆਓ ਸੁਣਦੇ ਹਾਂ ਉਹ ਕੀ ਕਹਿ ਰਹੇ ਨੇ ਸੋ ਅਨੀਤਾ ਰਿਗਾਰਡਿੰਗ ਦ ਫਾਇਰਿੰਗ that is happening in Surrey it's virtually every day that something or the other comes to light what do you have to say as a business entrepreneur you see what is happening and being the former CEO of Surrey Board of Trade what kind of fear or what kind of environment is it creating? Well, it impacts economic development when we're taking a look at whether businesses are confident that their consumers, their customers are going to be safe. I think they're really concerned. You know, I've been in Surrey's business community for over 30 years. And I still remain in the community, and people are scared about what is going on in our city. So, as far as the policing is concerned, a lot of forums have been organized, and it's not a one-day affair. There have been many instances of firing. So, do you think that enough is being done by the police that to instill confidence amongst the businessmen? Because there are reports of a lot of businesses closing and leaving the country for Dubai and other places. Yes, that is very concerning. And again, it impacts Surrey's economic development. And there needs to be an urgent need for all levels of government to work with the RCMP local policing agencies to ensure that our businesses are safe. And, this is international crime that is happening in our city. And there are specific expertise levels that are needed, and most of them are with the RCMP. And so Surrey needs to be a priority right now on the national radar. And if this doesn't stop, we're going to see businesses move out of the city. Is the government taking these issues seriously? I think they're starting to, but it hasn't really gone far enough. I think there needs to be even attention in the Prime Minister's office about what is going on. It impacts economic development. He's talking about productivity. He's talking about increasing our economic goals. Well, this is not increasing our economic goals when you're not focused on public safety mitigation. So if priority is not taken and the way things are happening keep on happening,
what do you foresee? You have worked very hard to bring Surrey and the slogan which we say the future lives here. But according to, talking to businesses and seeing and what's happening around, people are scared, and especially the businesses already are facing the trouble of increased property tax, the market being down and the businesses going down. But further on with this kind of thing where they are scared to even open up their businesses, what do you foresee? What I foresee is businesses moving out of the city, that people are going to look at Surrey as a place where they're going to think twice about doing business. And unfortunately, that is the reality. I'm a big fan of Surrey. I still promote Surrey, and I will continue to do so. But these shootings, when it comes to crime in the city, it does impact economic development goals. Anita, thank you very much for your time. Thank you. ਸੋ ਹੁਣ ਦੇਖੋ ਕਿ ਸਰੀ ਪੁਲਿਸ ਸਰਵਿਸ ਜੋ ਹੈ ਇਸ ਮਸਲੇ ਦੀ ਤਹਿਕੀਕਾਤ ਕਰ ਰਹੀ ਹੈ ਤੇ ਉਹ ਕਹਿ ਰਹੇ ਨੇ ਕਿ ਜੀ ਉਹ ਤਹਿਕੀਕਾਤ ਕਰ ਰਹੇ ਨੇ ਕਿ ਜਿਹੜਾ ਇਹ ਗੋਲੀਆਂ ਦਾ ਬੁਛਾਰ ਕੀਤਾ ਗਿਆ ਕੈਪਸ ਕੈਫੇ ਦੇ ਉੱਤੇ, ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਵੀਰਵਾਰ 10 ਤਰੀਕ ਨੂੰ 1:50 ਤੇ ਸਰੀ ਪੁਲਿਸ ਸਰਵਿਸ ਨੂੰ ਬੁਲਾਇਆ ਗਿਆ ਇੱਕ ਬਿਜ਼ਨਸ ਤੇ ਜਿਹੜਾ ਕਿ 8400 ਬਲਾਕ ਤੇ 120 ਸਟਰੀਟ ਤੇ ਹੈਗਾ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਸ ਦੇ ਵਿੱਚ ਇਹ ਉਹਨਾਂ ਨੇ ਤਹਿਕੀਕਾਤ ਕਰਕੇ ਦੇਖਿਆ ਕਿ ਜਿਹੜੀਆਂ ਗੋਲੀਆਂ ਸਨ ਉਹ ਫਾਇਰ ਕੀਤੀਆਂ ਗਈਆਂ ਸਨ ਕੈਪਸ ਕੈਫੇ ਦੇ ਉੱਤੇ, ਜਿਸ ਨਾਲ ਕਿ ਡੈਮੇਜ ਹੋਈ ਹੈ ਪ੍ਰਾਪਰਟੀ, ਅਤੇ ਜਦ ਕਿ ਸਟਾਫ ਜਿਹੜਾ ਸੀ ਉਹ ਬਿਜ਼ਨਸ ਦੇ ਅੰਦਰ ਹੀ ਸੀ। ਇਹ ਤਾਂ ਬੜੀ ਖੁਸ਼ਖਬਰੀ ਹੈ ਕਿ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ, ਲੇਕਿਨ ਜਦੋਂ ਗੋਲੀ ਚੱਲਦੀ ਹੈ ਤਾਂ ਉਸਦਾ ਕੁਝ ਪਤਾ ਨਹੀਂ ਚੱਲਦਾ। ਸੋ SPS ਆਫਿਸਰਸ ਨੇ ਐਵੀਡੈਂਸ ਗੈਦਰ ਕੀਤਾ ਅਤੇ ਇਸ ਇਲਾਕੇ ਦੇ ਵਿੱਚ ਸਰਵੇਲੈਂਸ ਵੀਡੀਓ ਦੀ ਭਾਲ ਉਹਨਾਂ ਨੇ ਸ਼ੁਰੂ ਕਰ ਦਿੱਤੀ ਤਾਂ ਕਿ ਪਤਾ ਚੱਲ ਸਕੇ ਕਿ ਕੌਣ ਸਨ ਇਹ ਵਿਅਕਤੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ। ਸੋ ਸਰੀ ਪੁਲਿਸ ਸਰਵਿਸ ਦੀ ਫਰੰਟਲਾਈਨ ਇਨਵੈਸਟੀਗੇਟਿਵ ਸਪੋਰਟ ਟੀਮ ਜੋ ਹੈ ਉਸਨੇ ਇਨਵੈਸਟੀਗੇਸ਼ਨ ਜੋ ਹੈ ਸ਼ੁਰੂ ਕਰ ਦਿੱਤੀ ਹੈ ਅਤੇ ਇਨਵੈਸਟੀਗੇਸ਼ਨ ਇਸ ਸਮੇਂ ਚੱਲ ਰਹੀ ਹੈ ਅਤੇ ਕਨੈਕਸ਼ਨਜ਼ ਲੱਭੇ ਜਾ ਰਹੇ ਨੇ ਜਿਹੜੇ ਪਹਿਲਾਂ ਵੀ ਹਾਦਸੇ ਵਾਪਰੇ ਨੇ ਗੋਲੀ ਚੱਲਣ ਦੇ, ਅਤੇ ਕੀ ਪੋਟੈਂਸ਼ੀਅਲ ਮੋਟਿਵਸ ਹੋ ਸਕਦੇ ਨੇ ਇਸ ਗੋਲੀ ਚਲਾਉਣ ਦੇ ਪਿੱਛੇ। ਅਜੇ ਕੋਈ ਵੀ ਸਸਪੈਕਟ ਜਾਂ ਸ਼ੱਕੀ ਜੋ ਹੈਗਾ ਉਸ ਦੇ ਬਾਰੇ ਕੋਈ ਇਨਫੋਰਮੇਸ਼ਨ ਪੁਲਿਸ ਕੋਲ ਨਹੀਂ ਹੈਗੀ। SPS ਯਾਨੀ ਕਿ ਸਰੀ ਪੁਲਿਸ ਸਰਵਿਸ ਨੇ ਧੰਨਵਾਦ ਕੀਤਾ ਡੈਲਟਾ ਪੁਲਿਸ ਦਾ ਵੀ, ਕਿਉਂਕਿ ਇਹ ਜਿਹੜਾ ਇਨਸੀਡੈਂਟ ਜਿੱਥੇ ਵਾਪਰਿਆ ਡੈਲਟਾ ਵਿੱਚ ਹੈਗਾ ਅਤੇ ਡੈਲਟਾ ਪੁਲਿਸ ਆਫਿਸਰਸ ਨੇ ਵੀ ਰਿਸਪੌਂਡ ਕੀਤਾ ਸੀ ਇਸ ਹਾਦਸੇ ਦੇ ਉੱਤੇ। ਅਤੇ ਪੁਲਿਸ ਹੁਣ ਬੇਨਤੀ ਕਰ ਰਹੀ ਹੈ ਲੋਕਾਂ ਨੂੰ ਕਿ ਜੇਕਰ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੈ ਤਾਂ ਉਹ ਕੰਟੈਕਟ ਕਰਨ ਸਰੀ ਪੁਲਿਸ ਸਰਵਿਸ ਦੇ ਨਾਨ ਐਮਰਜੈਂਸੀ ਲਾਈਨ ਨੂੰ, ਜਿਹੜਾ ਕਿ ਨੰਬਰ ਹੈ 604 599 5902, ਜਾਂ ਫਿਰ ਕ੍ਰਾਈਮ ਸਟਾਪਰਸ ਨਾਲ ਗੱਲਬਾਤ ਕੀਤੀ ਜਾਏ 1-800-222-8477, ਜਾਂ ਫਿਰ solvecrime.ca ਤੇ ਜਾ ਕੇ ਉਹ ਇਨਫੋਰਮੇਸ਼ਨ ਜਿਹੜੀ ਹੈ ਉਹ ਜ਼ਰੂਰ ਦੇਣ। ਲੋਕਾਂ ਨੂੰ ਤਾਂ ਕਿਹਾ ਜਾ ਰਿਹਾ ਕਿ ਤੁਸੀਂ ਅੱਗੇ ਆ ਕੇ ਸਪੋਰਟ ਕਰੋ, ਲੋਕਾਂ ਦਾ ਬੰਦਾ ਵੀ ਹੈ ਜੇਕਰ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ। ਪਰ ਇਹ ਪੁਲਿਸ ਕਦੋਂ ਕੁਝ ਠੋਸ ਕਦਮ ਚੁੱਕੇਗੀ? ਜਿੱਥੇ ਪੁਲਿਸ ਦੇ ਉੱਤੇ ਇਹ ਉਂਗਲਾਂ ਚੁੱਕੀਆਂ ਜਾ ਰਹੀਆਂ ਨੇ, ਨਾਲ ਹੀ ਫੈਡਰਲ ਸਰਕਾਰ ਅਤੇ ਪ੍ਰੋਵਿੰਸ਼ੀਅਲ ਸਰਕਾਰ ਬਾਰੇ ਵੀ ਕਿਹਾ ਜਾ ਰਿਹਾ ਕਿ ਕਾਨੂੰਨ ਕਿਉਂ ਨਹੀਂ ਸਖਤ ਕੀਤੇ ਜਾ ਰਹੇ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ RCMP ਨੇ ਪਿਛਲੇ ਹਫ਼ਤੇ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ, ਉਹਨਾਂ 'ਤੇ ਦੋਸ਼ ਲਗਾਇਆ ਗਿਆ ਇੱਕ ਪ੍ਰੈਸ ਕਾਨਫਰੰਸ ਵਿੱਚ ਕਿ ਉਹ ਇਨਵੋਲਵਡ ਸਨ 2024 ਦੀ ਟਾਰਗੇਟਡ ਸ਼ੂਟਿੰਗਸ ਦੇ ਵਿੱਚ, ਪਰ ਅਗਲੇ ਹੀ ਦਿਨ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਕਿਉਂਕਿ ਕੋਈ ਚਾਰਜਿਸ ਨਹੀਂ ਲਏ ਗਏ। ਸੋ ਕਾਨੂੰਨ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਸ ਨੂੰ ਸੁਧਾਰਨ ਲਈ ਮੰਗ ਉੱਠ ਰਹੀ ਹੈ। ਕਦ ਜਾਗੇਗੀ ਸਰਕਾਰ? BC ਦੇ ਵਿੱਚ ਖਾਸ ਤੌਰ 'ਤੇ ਸਰੀ ਦੇ ਵਿੱਚ ਲੋਕ ਖੌਫ ਵਿੱਚ ਨੇ, ਘਬਰਾਏ ਹੋਏ ਨੇ, ਡਰੇ ਹੋਏ ਨੇ। ਪਰ ਜੇਕਰ ਇਹ ਸਿਲਸਿਲਾ ਨਾ ਰੁਕਿਆ ਤਾਂ ਹੋਰ ਵੱਡੀ ਤਾਦਾਦ ਵਿੱਚ ਜਿਹੜੇ ਬਿਜ਼ਨਸਮੈਨ ਨੇ ਉਹ ਇੱਥੋਂ ਆਪਣੇ ਕੰਮ ਬੰਦ ਕਰਕੇ ਬਾਹਰ ਜਾਣਾ ਪਸੰਦ ਕਰਨਗੇ। ਆਸ ਕਰਦੇ ਹਾਂ ਕਿ ਸਰਕਾਰ ਹੁਣ ਜਾਗੇਗੀ। ਜਿਹੜੇ ਫੋਰਮਸ ਹੋਏ ਉੱਥੇ ਵੀ ਜਿਹੜੇ ਵਾਅਦੇ ਕੀਤੇ ਗਏ ਉਹਨਾਂ ਦੇ ਉੱਤੇ ਹੁਣ ਸਰਕਾਰ ਨੂੰ ਕੋਈ ਨਾ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਨੇ, ਨਹੀਂ ਤਾਂ ਜੇਕਰ ਇਸੀ ਤਰੀਕੇ ਨਾਲ ਇਹ ਗੱਲਬਾਤ ਹੁੰਦੀ ਰਹੀ ਤਾਂ ਸਿਚੁਏਸ਼ਨ ਹੋਰ ਵਿਗੜ ਜਾਏਗੀ। ਪ੍ਰੋਗਰਾਮ ਦੀ ਕਰਦਾ ਜੀ ਇੱਥੇ ਹੀ ਸਮਾਪਤੀ, ਇਸ ਆਸ ਨਾਲ ਕਿ ਛੇਤੀ ਹੀ ਕੋਈ ਠੋਸ ਕਦਮ ਚੁੱਕੇ ਜਾਣਗੇ। ਲੇਕਿਨ ਇਸ ਸਮੇਂ ਖੌਫ ਹੈ, ਡਰ ਹੈ ਅਤੇ ਲੋਕ ਪਰੇਸ਼ਾਨ ਨੇ, ਹੈਰਾਨ ਨੇ ਕਿ ਕਿਉਂ ਨਹੀਂ ਕੁਝ ਹੋ ਰਿਹਾ। ਸਮਾਂ ਕੱਢ ਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ। ਮੇਰੇ ਨਾਲ ਸੰਪਰਕ ਕਰਨਾ ਹੋਏ ਤਾਂ 604 603 75 55 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਜਾਂ ਫਿਰ ਈਮੇਲ ਕਰੋ harpreetsingh@gmail.com। ਇੱਥੇ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਹੈਵ ਅ ਵੰਡਰਫੁਲ ਡੇ।